ਹੈਲੋ ਫਰੈਂਡਸ, ਡੇਲੀ ਨਵੀਂ ਅਪਡੇਟਸ ਦੇ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਬੈਲ ਆਈਕਨ ਦਬਾਓ। ਰੈਡੀ ਸਟਾਰਟ। ਪ੍ਰਾਈਵੇਟ ਸੈਕਟਰ ਦੇ ਉੱਦਮਾਂ ਅਤੇ ਪਬਲਿਕ ਸੈਕਟਰ ਦੇ ਉੱਦਮਾਂ ਦਾ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਹੁੰਦਾ ਹੈ। ਡੰਡੀ। ਇਹ ਠੀਕ ਹੈ ਕਿ ਉਦੇਸ਼ ਦੀ ਦ੍ਰਿਸ਼ਟੀ ਤੋਂ ਇਹਨਾਂ ਵਿੱਚ ਬੜਾ ਭਾਰੀ ਅੰਤਰ ਹੈ। ਡੰਡੀ। ਪ੍ਰਾਈਵੇਟ ਸੈਕਟਰ ਦੇ ਉੱਦਮਾਂ ਦਾ ਮੁੱਖ ਉਦੇਸ਼ ਲਾਭ ਦਰ ਨੂੰ ਧਿਆਨ ਵਿੱਚ ਰੱਖ ਕੇ ਮੰਗ ਅਤੇ ਸਪਲਾਈ ਦੇ ਸਿਧਾਂਤ ਦੇ ਆਧਾਰ 'ਤੇ ਉਤਪਾਦਨ ਜਾਂ ਸੇਵਾਵਾਂ ਦੀ ਕੀਮਤ ਨਿਰਧਾਰਤ ਕਰਦੇ ਹਨ। ਡੰਡੀ। ਪਰ ਫਿਰ ਵੀ ਲੋਕਾਂ ਨੂੰ ਜੋ ਵਸਤਾਂ ਜਾਂ ਸੇਵਾਵਾਂ ਪ੍ਰਾਪਤ ਹੁੰਦੀਆਂ ਹਨ, ਉਨ੍ਹਾਂ ਤੋਂ ਲੋਕਾਂ ਦੇ ਰਹਿਣ ਸਹਿਣ ਦੇ ਮਿਆਰ ਅਤੇ ਦੇਸ਼ ਦੀ ਤਰੱਕੀ ਦੀ ਝਲਕ ਮਿਲਦੀ ਹੈ। ਡੰਡੀ। ਇਸ ਦੇ ਉਲਟ ਪਬਲਿਕ ਸੈਕਟਰ ਦੇ ਉੱਦਮਾਂ ਦੀ ਸਥਾਪਨਾ ਲਾਭ ਕਮਾਉਣ ਦੇ ਉਦੇਸ਼ ਨਾਲ ਨਹੀਂ ਕੀਤੀ ਜਾਂਦੀ, ਸਗੋਂ ਇਨ੍ਹਾਂ ਉੱਦਮਾਂ ਵਿੱਚ ਲਾਭ ਕਮਾਉਣ 'ਤੇ ਧਿਆਨ ਨਾ ਦੇ ਕੇ ਲੋਕ ਹਿੱਤ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਡੰਡੀ। ਇਸ ਲਈ ਪਬਲਿਕ ਸੈਕਟਰ ਦੇ ਉੱਦਮਾਂ ਰਾਹੀਂ ਉਤਪਾਦਿਤ ਵਸਤਾਂ ਅਤੇ ਸੇਵਾਵਾਂ ਦਾ ਮੁੱਲ ਨਿਰਧਾਰਤ ਕਰਨਾ ਇੱਕ ਔਖਾ ਕੰਮ ਹੈ। ਡੰਡੀ। ਪਬਲਿਕ ਸੈਕਟਰ ਦੇ ਉੱਦਮਾਂ ਦੀਆਂ ਵਸਤਾਂ ਅਤੇ ਸੇਵਾਵਾਂ ਦੀ ਕੀਮਤ ਨਿਰਧਾਰਤ ਕਰਨ ਲਈ ਨਾ ਤਾਂ ਪੂੰਜੀ ਉੱਤੇ ਲਾਭ ਦਰ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ ਅਤੇ ਨਾ ਹੀ ਮੰਗ ਅਤੇ ਸਪਲਾਈ ਦੇ ਸਿਧਾਂਤ ਦੇ ਆਧਾਰ 'ਤੇ ਕੀਮਤ ਨਿਰਧਾਰਤ ਕੀਤੀ ਜਾਂਦੀ ਹੈ। ਡੰਡੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪਬਲਿਕ ਸੈਕਟਰ ਦੇ ਉੱਦਮਾਂ ਨੂੰ ਲਾਭ ਕਮਾਉਣਾ ਚਾਹੀਦਾ ਹੈ ਜਾਂ ਨਹੀਂ। ਪ੍ਰਸ਼ਨ ਚਿੰਨ੍ਹ। ਜੇ ਲਾਭ ਕਮਾਇਆ ਜਾਣਾ ਚਾਹੀਦਾ ਹੈ ਤਾਂ ਦੇਸ਼ ਦੇ ਵਿਕਾਸ ਕੰਮਾਂ ਲਈ ਲੋੜੀਂਦਾ ਧਨ ਕਿੱਥੋਂ ਲਿਆ ਜਾਵੇ। ਪ੍ਰਸ਼ਨ ਚਿੰਨ੍ਹ। ਇਸ ਸੰਬੰਧ ਵਿੱਚ ਇਹ ਕਿਹਾ ਜਾਂਦਾ ਹੈ ਕਿ ਭਾਰਤ ਨੇ ਲੋਕਤੰਤਰੀ ਸਮਾਜਵਾਦ ਦੀ ਸਥਾਪਨਾ ਦਾ ਟੀਚਾ ਪ੍ਰਾਪਤ ਕਰਨਾ ਹੈ। ਡੰਡੀ। ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਪਬਲਿਕ ਸੈਕਟਰ ਦੇ ਉੱਦਮ ਤਾਂ ਹੀ ਸਹਿਯੋਗ ਦੇ ਸਕਦੇ ਹਨ ਜੇਕਰ ਉਹ ਆਪਣੇ ਦੁਆਰਾ ਨਿਯੋਜਨ ਸਾਧਨਾਂ ਨੂੰ ਵਧਾਉਂਦੇ ਰਹਿਣ। ਡੰਡੀ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਪਬਲਿਕ ਸੈਕਟਰ ਦੇ ਉੱਦਮ ਲਗਾਏ ਗਏ ਧਨ 'ਤੇ ਕਾਫੀ ਪ੍ਰਤੀਫਲ ਪ੍ਰਾਪਤ ਕਰਨ। ਡੰਡੀ। ਪਬਲਿਕ ਸੈਕਟਰ ਦੇ ਉੱਦਮਾਂ ਦੁਆਰਾ ਲਾਭ ਕਮਾਉਣ ਦਾ ਇਹ ਟੀਚਾ ਅਸਲ ਵਿੱਚ ਇੱਛਤ ਹੈ ਅਤੇ ਇਸ 'ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਡੰਡੀ। ਇਸ ਵਿੱਚ ਸਮਾਜਿਕ ਭਲਾਈ ਲਈ ਵਾਫਰ ਕਮਾਉਣਾ ਮੁੱਖ ਉਦੇਸ਼ ਹੁੰਦਾ ਹੈ। ਡੰਡੀ। ਇਸ ਲਈ ਇਨ੍ਹਾਂ ਉੱਦਮਾਂ ਦੀਆਂ ਵਸਤਾਂ ਅਤੇ ਸੇਵਾਵਾਂ ਦੀ ਕੀਮਤ ਨੀਤੀ ਦਾ ਨਿਰਧਾਰਨ ਇਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਨੂੰ ਮੰਡੀਕਰਨ ਅਤੇ ਆਪਣੀ ਟੈਕਨਾਲੋਜੀਕਲ ਸਥਿਤੀ ਨੂੰ ਪਕੇਰਾ ਕਰਨ ਵਿੱਚ ਸਹਾਇਤਾ ਮਿਲੇ। ਡੰਡੀ। ਇਸ ਦੇ ਨਾਲ ਹੀ ਇਹ ਉੱਦਮ ਸਮਾਜ ਨੂੰ ਕੀਮਤ ਅਤੇ ਕੁਆਲਿਟੀ ਦੀ ਦ੍ਰਿਸ਼ਟੀ ਤੋਂ ਪ੍ਰਤੀਯੋਗੀ ਉਤਪਾਦਨ ਤੇ ਸੇਵਾਵਾਂ ਦੇ ਸਕਣ, ਉੱਚ ਕੁਸ਼ਲਤਾ ਪੈਦਾ ਕਰ ਸਕਣ ਅਤੇ ਸਧਾਰਨ ਪੂੰਜੀ ਨਿਰਮਾਣ ਲਈ ਸਹਿਯੋਗ ਕਰ ਸਕਣ। ਡੰਡੀ। ਕਿਹਾ ਜਾਂਦਾ ਹੈ ਕਿ ਆਦਰਸ਼ ਕੀਮਤ ਨੀਤੀ ਸਾਧਨਾਂ ਦੀ ਵਿਵੇਕਪੂਰਨ ਵੰਡ ਵਿੱਚ ਸਹਾਇਕ ਹੋਣ ਦੇ ਨਾਲ ਦੇਸ਼ ਦੀ ਅਰਥ ਵਿਵਸਥਾ ਵਿੱਚ ਸੰਤੁਲਿਤ ਵਿਕਾਸ ਨੂੰ ਤੇਜ਼ ਗਤੀ ਪ੍ਰਦਾਨ ਕਰਦੀ ਹੈ। ਡੰਡੀ। ਦੂਸਰੇ ਪਾਸੇ ਸਮੱਸਿਆ ਇਹ ਹੈ ਕਿ ਦੇਸ਼ ਦੇ ਵਿਕਾਸ ਕੰਮਾਂ ਲਈ ਧਨ ਕਿੱਥੋਂ ਲਿਆ ਜਾਵੇ। ਪ੍ਰਸ਼ਨ ਚਿੰਨ੍ਹ। ਵੇਖਣ ਵਿੱਚ ਆਇਆ ਹੈ ਕਿ ਉਚਿਤ ਲਾਭ ਨਾ ਕਮਾਉਣ ਕਰਕੇ ਪਬਲਿਕ ਸੈਕਟਰ ਦੀਆਂ ਕਈ ਇਕਾਈਆਂ ਨੂੰ ਬੰਦ ਕਰਨ ਦੀ ਨੌਬਤ ਆ ਜਾਂਦੀ ਹੈ। ਡੰਡੀ। ਇਸ ਲਈ ਪਬਲਿਕ ਸੈਕਟਰ ਦੇ ਉੱਦਮਾਂ ਦੀ ਸਥਿਤੀ ਨੂੰ ਪਕੇਰਾ ਕਰਨ ਅਤੇ ਸਮਾਜਿਕ ਭਲਾਈ ਵਾਫਰ ਕਮਾਉਣਾ ਉਚਿਤ ਹੀ ਹੈ। ਡੰਡੀ। ਕੀਮਤ ਨੀਤੀ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਲੋਕ ਉੱਦਮ ਦੀ ਕੀਮਤ ਨੀਤੀ ਨਿੱਜੀ ਉੱਦਮ ਦੀ ਕੀਮਤ ਨੀਤੀ ਨਾਲ ਮੇਲ ਨਹੀਂ ਖਾਂਦੀ। ਡੰਡੀ। ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ, ਨਿੱਜੀ ਉੱਦਮ ਦਾ ਮੁੱਖ ਉਦੇਸ਼ ਲਾਭ ਕਮਾਉਣਾ ਹੁੰਦਾ ਹੈ। ਡੰਡੀ। ਸਰਕਾਰ ਵੀ ਲੋਕ ਉੱਦਮ ਨੂੰ ਲਾਭ ਪ੍ਰਾਪਤ ਕਰਨ ਦਾ ਸਾਧਨ ਮੰਨ ਸਕਦੀ ਹੈ ਕਿਉਂਕਿ ਲੋਕ ਉੱਦਮ
ਦੇ ਉਤਪਾਦਨਾਂ ਅਤੇ ਸੇਵਾਵਾਂ ਦੇ ਕੀਮਤ ਵਾਧੇ ਰਾਹੀਂ ਆਮਦਨ ਪ੍ਰਾਪਤ ਕਰਨਾ ਇੱਕ ਆਸਾਨ ਤਰੀਕਾ ਹੈ, ਜਦੋਂ ਕਿ ਕਰ ਵਾਧੇ ਰਾਹੀਂ ਆਮਦਨ ਪ੍ਰਾਪਤ ਕਰਨਾ ਔਕੜਾਂ ਤੋਂ ਮੁਕਤ ਨਹੀਂ ਹੁੰਦਾ। ਡੰਡੀ: ਜਦੋਂ ਸਰਕਾਰ ਲੋਕ ਉਦਮ ਨੂੰ ਆਮਦਨ ਪ੍ਰਾਪਤੀ ਦਾ ਇੱਕ ਸਾਧਨ ਮੰਨ ਲੈਂਦੀ ਹੈ ਤਾਂ ਜਨਤਾ ਵਿੱਚ ਇਹ ਸ਼ੰਕਾ ਨਰੋਈ ਹੋਈ ਜਾਂਦੀ ਹੈ ਕਿ ਕੀਮਤਾਂ ਵਿੱਚ ਕਰ ਸ਼ਾਮਲ ਕਰ ਦਿੱਤਾ ਗਿਆ ਹੈ। ਡੰਡੀ: